ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਲਬਿਆਨੀ। ਲੰਘੇ ਕੱਲ੍ਹ ਪੂਰਾ ਦਿਨ ਪੰਜਾਬ ਦੇ ਵਿੱਚ ਬੜੀ ਤਿੱਖੀ ਧੁੱਪ ਨਿਕਲੀ ਹੈ। ਪੰਜਾਬ ਦੇ ਵਿੱਚ ਗਰਮੀ ਅੱਗੇ ਤੋਂ ਅੱਗੇ ਹੁਣ ਲਗਾਤਾਰ ਵੱਧ ਰਹੀ ਹੈ। ਗਰਮੀ ਸਿਖਰ ਦੇ ਵੱਲ ਪੰਜਾਬ 'ਚ ਵੱਧ ਰਹੀ ਹੈ। ਦਫ਼ਤਰਾਂ ਦੇ ਵਿੱਚ ਏਸੀ ਲਗਾਤਾਰ ਚੱਲ ਰਹੇ ਆ। ਘਰਾਂ ਦੇ ਵਿੱਚ ਰਾਤ ਦੇ ਵੇਲੇ ਪੱਖੇ ਲਗਾਤਾਰ ਚੱਲ ਰਹੇ ਆ। ਪੰਜਾਬ ਦੇ ਵਿੱਚ ਗਰਮੀ ਹੈ ਜਿਹੜੀ ਉਹ ਪੂਰੇ ਜ਼ੋਰ ਸ਼ੋਰ ਨਾਲ ਅੱਗੇ ਵੱਧ ਰਹੀ ਹੈ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਮੌਸਮ ਦੇ ਵਿੱਚ ਕੋਈ ਤਬਦੀਲੀ ਦੀ ਸੰਭਾਵਨਾ ਨਹੀਂ, ਕਿਤੇ ਵੀ ਕੋਈ ਕਣੀ ਦੀ ਸੰਭਾਵਨਾ ਨਹੀਂ, ਕੋਈ ਹਨੇਰੀ ਝੱਖੜ ਝੁੱਲੇ ਦੀ ਸੰਭਾਵਨਾ ਨਹੀਂ। ਸੋ ਗਰਮੀ ਲਗਾਤਾਰ ਜ਼ੋਰ ਦੇ ਨਾਲ ਅੱਗੇ ਤੋਂ ਅੱਗੇ ਵੱਧ ਰਹੀ ਹੈ ਤੇ ਉਵੇਂ ਹੀ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਾ ਵੀ ਲਗਾਤਾਰ ਵੱਧ ਰਿਹਾ। ਭਗਵੰਤ ਮਾਨ ਦੇ ਵੱਲੋਂ ਅੱਜ ਸਹੁੰ ਚੁੱਕ ਲਈ ਜਾਣੀ ਹੈ ਖਟਕੜ ਕਲਾਂ ਪਿੰਡ ਦੇ ਵਿੱਚ। ਕਈ ਦਰਸ਼ਕ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਹੁੰ ਚੁੱਕਣ ਤੋਂ ਪਹਿਲਾਂ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ, ਕਈ ਦਰਸ਼ਕ ਸਹੁੰ ਚੁੱਕਣ ਤੋਂ ਬਾਅਦ ਵੀ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ। ਪਰ ਅੱਜ ਭਗਵੰਤ ਮਾਨ ਦੇ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਪਿਆਰੇ ਜਿਹੜੇ ਉਹ ਪਹੁੰਚੇ ਆ ਜਾਂ ਪਹੁੰਚਣਗੇ, ਇਹ ਸ਼ਬਦ ਕਹਿ ਸਕਦੇ ਆ, ਕਿਉਂਕਿ ਇੱਥੇ ਜਿੰਨੇ ਵੱਡੇ ਪੱਧਰ ਦੇ ਉੱਤੇ ਪ੍ਰਬੰਧ ਕੀਤੇ ਗਏ ਆ ਉਹ ਵੀ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਹੈ। ਭਗਵੰਤ ਮਾਨ ਦੇ ਵੱਲੋਂ ਇਸ ਗੱਲ ਦੀ ਅਪੀਲ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਹੈ ਕਿ ਪੂਰੇ ਪੰਜਾਬ ਦੇ ਵਸਨੀਕ ਆ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਕੇਸਰੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਤੇ ਔਰਤਾਂ ਜਿਹੜੀਆਂ ਭੈਣਾਂ ਜਿਹੜੀਆਂ ਉਹ ਕੇਸਰੀ ਰੰਗ ਦੀਆਂ ਚੁੰਨੀਆਂ ਲੈ ਕੇ ਇੱਥੇ ਪਹੁੰਚਣ ਤਾਂ ਜੋ ਚਾਰੇ ਪਾਸੇ ਇਨਕਲਾਬ ਦੀ ਗੱਲ ਛਿੜੇ। ਸੋ ਹੁਣ ਭਗਵੰਤ ਮਾਨ ਦੇ ਵੱਲੋਂ ਜਦੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਜਾਣੀ ਆ ਅੱਜ, ਜਾਂ ਚੁੱਕ ਲਈ ਗਈ ਸ਼ਬਦ ਇਹ ਵਰਤ ਲਗੇ, ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਅੱਗੇ ਤੋਂ ਅੱਗੇ ਕਿਵੇਂ ਰੰਗ ਲਿਆਉਂਦੀਆਂ ਇਹ ਸਮਾਂ ਬਿਆਨ ਕਰੂਗਾ। ਪਰ ਆਉਂਦੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦੇ ਵੱਲੋਂ ਸਹੁੰ ਚੁੱਕੀ ਜਾਣੀ ਹੈ। ਪਹਿਲਾਂ ਇਸ ਗੱਲ ਦੇ ਅੰਦਾਜ਼ੇ ਸੀ ਕਿ ਭਗਵੰਤ ਮਾਨ ਦੇ ਨਾਲ ਹੀ ਬਾਕੀ ਮੰਤਰੀਆਂ ਨੇ ਵੀ ਸਹੁੰ ਚੁੱਕ ਲੈਣੀ ਹੈ, ਪਰ ਇੱਦਾਂ ਦੀ ਗੱਲ ਨਹੀਂ ਹੈ। ਪਤਾ ਲੱਗਾ ਜੀ ਕਿ 18 ਤਰੀਕ ਦੇ ਨੇੜੇ ਤੇੜੇ ਇਹਦੇ ਬਾਬਤ ਫੈਸਲਾ ਹੋਊਗਾ ਵੀ ਕਿਹਦੇ ਕੋਲੇ ਕਿਹੜਾ ਮਹਿਕਮਾ ਆਵੇ ਤੇ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਪਾਰਟੀ ਦੇ ਵਿਧਾਇਕ ਸਰਗਰਮੀ ਦੇ ਵਿੱਚ ਹੈ। ਲਗਾਤਾਰ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਵਾਰ ਕਰਨ ਦੀ ਥਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਉੱਤੇ ਵਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਗਰਮੀ ਦੇ ਵੱਲ ਵੱਧ ਰਹੇ ਆ। ਉਹਨਾਂ ਦੇ ਵੱਲੋਂ ਹਸਪਤਾਲਾਂ ਵਿੱਚ ਛਾਪੇ ਮਾਰੇ ਜਾ ਰਹੇ ਆ, ਸਰਕਾਰੀ ਸਕੂਲਾਂ ਦੇ ਵੱਲ ਵਧਿਆ ਜਾ ਰਿਹਾ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਉਹ ਜਾ ਰਹੇ ਆ ਤਾਂ ਜੋ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ। ਪਰ ਇਸ ਗੱਲ ਦੇ ਉੱਤੇ ਕੁਝ ਕੁ ਨੇਤਾਵਾਂ ਦੇ ਵੱਲੋਂ ਸਵਾਲ ਕੀਤਾ ਗਿਆ। ਉਹਨਾਂ ਦੇ ਵੱਲੋਂ ਇੱਕ ਤਾਂ ਗੱਲ ਇਹ ਕਹੀ ਗਈ ਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹਾਲੇ ਸਹੁੰ ਨਹੀਂ ਚੁੱਕੀ, ਇਹ ਕਿਹੜੇ ਤਰੀਕੇ ਦੇ ਨਾਲ ਛਾਪੇਮਾਰੀ ਕਰ ਰਹੇ ਆ। ਮੈਂ ਨਿੱਜੀ ਤੌਰ ਦੇ ਉੱਤੇ ਇਹ ਗੱਲ ਸੋਚਦਾ ਕਿ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਹਰ ਕਿਸੇ ਨੂੰ ਹੀ ਸਰਕਾਰੀ ਨੁਮਾਇੰਦੇ ਨੂੰ ਸਵਾਲ ਪੁੱਛਣ ਦਾ ਅਧਿਕਾਰ ਹੈ, ਕਿਉਂਕਿ ਲੋਕਾਂ ਦੇ ਟੈਕਸ ਦੇ ਰੂਪ ਦੇ ਵਿੱਚ ਜੋ ਪੈਸੇ ਦਿੱਤੇ ਗਏ ਆ ਉਹਦੇ ਨਾਲ ਹੀ ਇਹਨਾਂ ਨੂੰ ਤਨਖਾਹਾਂ ਮਿਲਦੀਆਂ। ਸੋ ਤਹਿਜ਼ੀਬ ਦੇ ਨਾਲ, ਮਰਿਆਦਾ ਦੇ ਮੁਤਾਬਕ ਸਵਾਲ ਪੁੱਛਣ ਦਾ ਅਧਿਕਾਰ ਹੈ। ਪਰ ਜੇਕਰ ਕੋਈ ਜਾ ਕੇ ਧੌਂਸ ਜਮਾਵੇ, ਜੇਕਰ ਕੋਈ ਜਾ ਕੇ ਧਮਕੀ ਦੇਵੇ ਕਿ ਸਾਡੀ ਸਰਕਾਰ ਆ ਗਈ ਆ, ਬੰਦੇ ਬਣਾ ਦਿਆਂਗੇ, ਸੋ ਇਹ ਗੱਲ ਵੀ ਗਲਤ ਹੈ। ਕਿਉਂਕਿ ਇਹੋ ਜਿਹੀਆਂ ਖਬਰਾਂ ਵੀ ਕੁਝ ਕੁ ਥਾਵਾਂ ਤੋਂ ਆ ਰਹੀਆਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਇੱਕ ਦੋ ਵਿਧਾਇਕਾਂ ਦੇ ਰਿਸ਼ਤੇਦਾਰ ਆ ਜਿਹੜੇ ਉਹ ਵੀ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਵੀਡੀਓ ਬਣ ਰਹੀ ਹੈ ਤੇ ਧਮਕੀਨੁਮਾ ਗੱਲ ਕਰ ਰਹੇ ਆ। ਭਗਵੰਤ ਮਾਨ ਹੋਰਾਂ ਨੂੰ ਆਉਂਦੇ ਸਮੇਂ ਦੇ ਵਿੱਚ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇਹ ਗੱਲ ਕਹਿਣੀ ਪਊਗੀ ਕਿ ਤੁਸੀਂ ਸਵਾਲ ਪੁੱਛਣੇ ਆ, ਤੁਸੀਂ ਕਾਰਵਾਈ ਕਰਨੀ ਆ, ਤੁਸੀਂ ਜਾ ਕੇ ਛਾਪੇਮਾਰੀ ਕਰਨੀ ਆ, ਪਰ ਆਪਾਂ ਰਹਿਣਾ ਦਾਇਰੇ ਦੇ ਵਿੱਚ ਆ, ਆਪਾਂ ਮਰਿਆਦਾ ਵਿੱਚ ਰਹਿ ਕੇ ਚੱਲਣਾ ਤਾਂ ਜੋ ਕੱਲ੍ਹ ਨੂੰ ਇਸ ਗੱਲ ਦੇ ਉੱਤੇ ਕੋਈ ਮਸਲਾ ਵੱਡਾ ਨਾ ਖੜਾ ਹੋਵੇ, ਤਾਂ ਜੋ ਵਿਰੋਧੀਆਂ ਦੇ ਕੋਲ ਕਿਸੇ ਵੀ ਗੱਲ ਦਾ ਮੁੱਦਾ ਨਾ ਜਾ ਸਕੇ। ਜਿਹੜੀ ਇੱਕ ਮਹੱਤਵਪੂਰਨ ਫੈਸਲੇਨੁਮਾ ਕੱਲ੍ਹ ਗੱਲ ਕੀਤੀ ਗਈ ਆ ਉਹ ਮੈਨੂੰ ਜ਼ਾਤੀ ਤੌਰ 'ਤੇ ਹੋਰ ਵੀ ਚੰਗੀ ਲੱਗੀ ਆ, ਕਿਉਂਕਿ 57 ਦੇ ਕਰੀਬ ਜਿਹੜੇ ਵਿਧਾਇਕ ਸਾਬਕਾ ਤੇ ਮੰਤਰੀ ਆ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਭਾਈ ਕੋਠੀਆਂ, ਬੰਗਲੇ, ਫਲੈਟ ਹੁਣ ਵਿਹਲੇ ਕਰ ਦਿਓ। ਕਰਨੇ ਵੀ ਚਾਹੀਦੇ ਆ। ਮੈਨੂੰ ਚੰਗੀ ਤਰ੍ਹਾਂ ਚੇਤੇ ਉਹ ਗੱਲ ਕਿ ਬੀਬੀ ਰਜਿੰਦਰ ਕੌਰ ਭੱਠਲ ਦੇ ਵੱਲੋਂ ਕਈ ਵਰ੍ਹੇ ਤੱਕ ਆਪਣੀ ਸਰਕਾਰੀ ਕੋਠੀ ਨਾ ਛੱਡੀ ਗਈ। ਕਹਿੰਦੇ ਵੀ ਲੱਖਾਂ ਰੁਪਈਏ ਦਾ ਬਿੱਲ ਬਣ ਗਿਆ ਸੀਗਾ, ਬਾਅਦ ਦੇ ਵਿੱਚ ਇਹ ਬਿੱਲ ਆ ਜਿਹੜਾ ਉਹ ਮਾफ़ ਕਰ ਦਿੱਤਾ ਗਿਆ ਸੀ, ਜਿਹੜੀਆਂ ਕਿ ਉਸ ਵੇਲੇ ਖਬਰਾਂ ਆਈਆਂ। ਪਰ ਉਸ ਤੋਂ ਬਾਅਦ ਵੀ ਤੇ ਉਸ ਤੋਂ ਪਹਿਲਾਂ ਵੀ ਕਈ ਜਿਹੜੇ ਸਰਕਾਰੀ ਅਧਿਕਾਰੀ ਜਾਂ ਕਈ ਮੰਤਰੀ ਆ ਜਿਹੜੇ ਉਹ ਸਾਬਕਾ ਹੋਣ ਤੋਂ ਬਾਅਦ ਵੀ ਮੋਹ ਐਸਾ ਪਾਲ ਬੈਠੇ ਜਿਨ੍ਹਾਂ ਨੇ ਕਦੇ ਕੁਰਸੀਆਂ ਦਾ ਖੜਾ ਛੱਡਿਆ ਨਹੀਂ, ਜਾਂ ਉਹ ਕੋਈ ਹੋਰ ਕੁਰਸੀ ਚਾਹੁੰਦੇ ਆ, ਜਾਂ ਉਹ ਚਾਹੁੰਦੇ ਆ ਕਿ ਸਾਡੀ ਕੋਠੀ ਬਰਕਰਾਰ ਰਹੇ, ਸਾਡੇ ਕੋਲੇ ਗਨਮੈਨ ਰਹਿਣ ਤੇ ਸਾਡੇ ਕੋਲੇ ਸਰਕਾਰੀ ਗੱਡੀਆਂ ਰਹਿਣ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਂਦੀ ਸੱਟੇ ਆਉਂਦੇ ਸਾਰੇ ਗੱਲ ਕਹੀ ਹੈ ਕਿ ਜੋ ਕੁਝ ਹੋ ਗਿਆ, ਹੁਣ ਅਸੀਂ ਇਹ ਕੁਝ ਅੱਗੇ ਤੋਂ ਅੱਗੇ ਨਹੀਂ ਚੱਲਣ ਦੇਣਾ। ਤੇ ਜਿਸ ਤਰੀਕੇ ਨਾਲ 57 ਦੇ ਕਰੀਬ ਵਿਧਾਇਕਾਂ ਨੂੰ ਤੇ ਮੰਤਰੀਆਂ ਨੂੰ, ਸਾਬਕਾ ਨੂੰ ਇਹ ਗੱਲ ਕਹੀ ਗਈ ਹੈ ਵੀ ਭਾਈ ਆਪਦੀ ਟਿੰਡ ਫੋੜੀ ਚੱਕੋ, ਹੁਣ ਇਹ ਥਾਵਾਂ ਵਿਹਲੀਆਂ ਕਰਨੀਆਂ ਪੈਣੀਆਂ ਤਾਂ ਜੋ ਜਿਹੜੇ ਨਵੇਂ ਚੁਣੇ ਗਏ ਜਨਤਾ ਦੇ ਨੁਮਾਇੰਦੇ ਆ ਉਹ ਇਹਨਾਂ ਥਾਵਾਂ ਦੇ ਉੱਤੇ ਰਹਿ ਸਕਣ। ਦੁੱਖ ਇਸ ਗੱਲ ਦਾ ਹੁੰਦਾ
ਵੀ ਆਪਦੀਆਂ ਕੋਠੀਆਂ ਬਹੁਤ ਸਾਰੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀਆਂ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਹੈ, ਪਰ ਉਹਨਾਂ ਨੂੰ ਤਾਲਾ ਲਾ ਕੇ ਤੇ ਰਹਿੰਦੇ ਸਰਕਾਰੀ ਦੇ ਵਿੱਚ ਹੈ, ਕਿਉਂਕਿ ਬਿਜਲੀ ਦਾ ਬਿੱਲ ਬਾਕੀ ਖਰਚੇ ਜਿਹੜੇ ਉਹ ਆਪਦੀ ਜੇਬ ਦੇ ਵਿੱਚੋਂ ਨਹੀਂ ਕਰਨੇ ਪੈਂਦੇ ਸੀ। ਸੋ ਪੰਜਾਬ ਦੇ ਵਿੱਚ ਇਹੋ ਜਿਹੇ ਮੰਤਰੀਆਂ ਦੀ, ਇਹੋ ਜਿਹੇ ਸੰਤਰੀਆਂ ਦੀ ਘਾਟ ਨਹੀਂ ਜਿਹੜੇ ਕਿ ਆਪਣੀਆਂ ਇੱਕ ਨਹੀਂ, ਦੋ ਨਹੀਂ, ਕਈ ਕੋਠੀਆਂ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਰੱਖਦੇ ਆ। ਉਹਨਾਂ ਦੇ ਵਿੱਚੋਂ ਕਈਆਂ ਨੇ ਤਾਂ ਆਪਦੀਆਂ ਕੋਠੀਆਂ ਕਿਰਾਏ ਤੇ ਦਿੱਤੀਆਂ ਹੋਈਆਂ, ਪਰ ਉਹ ਸਰਕਾਰੀ ਕੋਠੀਆਂ ਦਾ ਆਨੰਦ ਮਾਣਦੇ ਰਹੇ ਆ, ਸਰਕਾਰੀ ਕੋਠੀਆਂ ਨੂੰ ਦਫ਼ਤਰ ਦੇ ਤੌਰ ਤੇ ਵਰਤਦੇ ਰਹੇ ਆ, ਸਰਕਾਰੀ ਕੋਠੀਆਂ ਦੇ ਵਿੱਚ ਹੀ ਸਾਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਸੋ ਇੱਦਾਂ ਦਾ ਸਿਲਸਿਲਾ ਵੀ ਹੁਣ ਤੱਕ ਚੱਲਦਾ ਰਿਹਾ, ਪਰ ਆਮ ਆਦਮੀ ਪਾਰਟੀ ਨੇ ਗੱਲ ਕਹੀ ਹੈ ਕਿ ਨਹੀਂ, ਜੋ ਹੋ ਗਿਆ, ਹੁਣ ਨਹੀਂ ਇਹ ਕੁਝ ਹੋਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਮੰਤਰੀ 19 ਮਾਰਚ ਨੂੰ ਸਹੁੰ ਚੁੱਕਣਗੇ। ਮੁੱਖ ਮੰਤਰੀ ਦੇ ਤੌਰ ਦੇ ਉੱਤੇ ਭਗਵੰਤ ਮਾਨ ਅੱਜ ਖਟਕੜ ਕਲਾਂ ਦੇ ਵਿੱਚ ਸਹੁੰ ਚੁੱਕ ਰਹੇ ਨੇ। ਹਾਲਾਂਕਿ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਰਾਜ ਭਵਨ ਦੇ ਵਿੱਚ ਹੀ ਹੋਵੇਗਾ। 17 ਮਾਰਚ ਨੂੰ ਸਾਰੇ 117 ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਦਰਮਿਆਨ ਪੰਜਾਬ ਸਰਕਾਰ ਨੇ 57 ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ 26 ਮਾਰਚ ਤੱਕ ਉਹਨਾਂ ਨੂੰ ਮਿਲੇ ਫਲੈਟ ਤੇ ਬੰਗਲੇ ਖਾਲੀ ਕਰਨ ਵਾਸਤੇ ਫਰਮਾਨ ਜਾਰੀ ਕਰ ਦਿੱਤਾ ਹੈ। ਜੇ ਇਹ ਸਾਰਾ ਕੁਝ ਵੇਲੇ ਸਿਰ ਖਾਲੀ ਨਾ ਕੀਤਾ ਗਿਆ ਤਾਂ ਉਹਨਾਂ ਨੂੰ ਕਈ ਗੁਣਾ ਕਿਰਾਇਆ ਦੇਣਾ ਪਵੇਗਾ। ਸੂਤਰਾਂ ਦੇ ਮੁਤਾਬਕ 19 ਮਾਰਚ ਨੂੰ 6 ਮੰਤਰੀਆਂ ਵੱਲੋਂ ਸਹੁੰ ਚੁੱਕੇ ਜਾਣ ਦੀ ਖਬਰ ਹੈ। ਇਹਦੇ ਵਿੱਚ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪ੍ਰੋਫੈਸਰ ਬਲਜਿੰਦਰ ਕੌਰ, ਨੀਨਾ ਮਿੱਤਲ ਤੇ ਬੁੱਧ ਰਾਮ ਦੇ ਨਾਮ ਸ਼ਾਮਿਲ ਨੇ। ਇਸ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾ ਦਾ ਨਾਂ ਵੀ ਇਹਦੇ ਵਿੱਚ ਦੱਸਿਆ ਜਾ ਰਿਹਾ। ਹਾਲਾਂਕਿ ਮੰਤਰੀਆਂ ਦੇ ਨਾਂ ਦੀ ਅੰਤਲੀ ਸੂਚੀ 18 ਮਾਰਚ ਨੂੰ ਰਾਜ ਭਵਨ ਦੇ ਵਿੱਚ ਭੇਜੀ ਜਾਵੇਗੀ। ਇੱਕ ਵਾਰ ਸਰਕਾਰ ਦਾ ਕੰਮਕਾਜ ਸ਼ੁਰੂ ਕਰਕੇ ਫਿਰ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਮੰਤਰੀਆਂ ਨੂੰ ਬੰਗਲੇ ਅਲਾਟ ਕੀਤੇ ਜਾਂਦੇ ਨੇ। ਚੰਨੀ ਸਰਕਾਰ ਦੇ ਵਿੱਚ 17 ਮੰਤਰੀ ਸਨ ਜਿਨ੍ਹਾਂ ਨੂੰ ਬੰਗਲੇ ਅਲਾਟ ਕੀਤੇ ਗਏ ਸਨ। ਹੁਣ ਕਾਂਗਰਸ ਜਦੋਂ ਸੱਤਾ ਤੋਂ ਬਾਹਰ ਹੋ ਗਈ ਹੈ ਤਾਂ ਮੰਤਰੀਆਂ ਨੂੰ ਨਿਯਮਾਂ ਦੇ ਮੁਤਾਬਕ ਨਤੀਜੇ ਆਉਣ ਤੋਂ 15 ਦਿਨ ਦੇ ਅੰਦਰ ਵਕਤ ਦਿੱਤਾ ਗਿਆ। ਇਹਦੇ ਵਿੱਚ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਚੋਣ ਨਤੀਜੇ ਆਉਂਦੇ ਸਾਰ ਹੀ ਮੁੱਖ ਮੰਤਰੀ ਰਿਹਾਇਸ਼ ਖਾਲੀ ਕਰ ਚੁੱਕੇ ਨੇ। ਫਲੈਟ ਵਾਲੇ ਵਿਧਾਇਕਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਿਲ ਹੈ। ਇਹਦੇ ਵਿੱਚ ਬੰਗਲੇ ਤੇ ਫਲੈਟ ਖਾਲੀ ਕਰਵਾ ਕੇ ਇਹਨਾਂ ਦੇ ਵਿੱਚ ਨਵੇਂ ਮੰਤਰੀਆਂ ਤੇ ਵਿਧਾਇਕਾਂ ਨੂੰ ਰਹਿਣ ਦਾ ਮੌਕਾ ਦਿੱਤਾ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਕਮਾਲ ਦੀ ਸਫਲਤਾ ਮਿਲੀ ਹੈ, ਇਹ ਸਫਲਤਾ ਟਿਕਾਊ ਹੋਵੇ, ਹਰ ਪੰਜਾਬੀ ਇਸ ਗੱਲ ਦੀ ਕਾਮਨਾ ਕਰਦਾ। ਪਰ ਇਸ ਗੱਲ ਦੀ ਵੀ ਇੱਛਾ ਪਾਲਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀਆਂ ਸੋਚਾਂ ਦੇ ਤਹਿਤ ਪੰਜਾਬ ਦੇ ਲੋਕਾਂ ਵੱਲੋਂ ਸੱਤਾ ਵਿੱਚ ਲਿਆਂਦੀ ਗਈ ਹੈ, ਉਹਨਾਂ ਸੋਚਾਂ ਨੂੰ ਬੂਰ ਵੀ ਲੱਗਣਾ ਚਾਹੀਦਾ। ਲੰਘੇ ਕੱਲ੍ਹ ਇਸ ਗੱਲ ਦਾ ਵੀ ਰੌਲਾ ਪਿਆ ਕਿ ਦਰਜਨਾਂ ਏਕੜ ਫਸਲ ਹੈ ਜਿਹੜੀ ਕਣਕ ਦੀ, ਕੱਚੀ ਫਸਲ ਹੈ ਜਿਹੜੀ, ਹਰੀ ਫਸਲ ਹੈ ਜਿਹੜੀ, ਉਹ ਖਟਕੜ ਕਲਾਂ ਦੇ ਵਿੱਚ ਕੱਟ ਕੇ ਤੇ ਉੱਥੇ ਜਿਹੜੇ ਲੋਕਾਂ ਦੇ ਆਉਣ ਦਾ, ਰਹਿਣ ਦਾ, ਬਹਿਣ ਦਾ ਪ੍ਰਬੰਧ ਕੀਤਾ ਗਿਆ। ਬਾਅਦ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ। 40 ਤੋਂ 45 ਹਜ਼ਾਰ ਰੁਪਈਆ ਏਕੜ, ਮੇਰਾ ਖਿਆਲ ਆ, ਉਹ ਅੰਦਾਜ਼ਾ ਮੇਰਾ ਵੀ ਇਹ ਪ੍ਰਤੀ ਏਕੜ ਦੇਣ ਦੀ ਗੱਲ ਕੀਤੀ ਗਈ ਹੈ। ਪਰ ਅਗਲੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਕੱਲੀ ਗੱਲ ਸੋਚ ਸਮਝ ਕੇ ਤੇ ਕੱਲਾ ਕਦਮ ਬੋਚ ਕੇ ਚੁੱਕਣਾ ਪਊਗਾ। ਜੇਕਰ ਇੱਕ ਵੀ ਗਲਤੀ ਹੋ ਗਈ ਤਾਂ ਉਹਨਾਂ ਨੇ ਛੇਤੀ ਕਿਤੇ ਗੱਲ ਨੂੰ ਟਿਕਣ ਨਹੀਂ ਦੇਣਾ। ਉਹਨਾਂ ਦੇ ਕੋਲੇ ਮੌਕਾ ਆ ਗਿਆ ਤਾਂ ਉਹਨਾਂ ਨੇ ਗੱਲ ਨੂੰ ਉੱਤੇ ਹੀ ਰੱਖਣਾ, ਉਹਨਾਂ ਨੇ ਗੱਲ ਨੂੰ ਸਿਖਰ ਦੇ ਉੱਤੇ ਚੜ੍ਹਾ ਕੇ ਰੱਖਣਾ। ਸੋ ਆਮ ਆਦਮੀ ਪਾਰਟੀ ਗਲਤੀ ਨਾ ਕੋਈ ਕਰੇ, ਆਮ ਆਦਮੀ ਪਾਰਟੀ ਸਿਰਫ ਕੰਮ ਹੀ ਕਰੇ। ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਨੂੰ ਬੂਰ ਲਾਵੇ। ਜੋ ਕੁਝ ਹੁਣ ਤੱਕ ਨਹੀਂ ਹੋਇਆ ਉਹ ਪਹਿਲ ਦੇ ਆਧਾਰ ਦੇ ਉੱਤੇ ਹੁੰਦਾ ਰਹੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਦੁੱਖ ਦੀ ਗੱਲ ਇਹ ਆ ਕਿ ਹੁਣ ਤੱਕ ਗਲੀਆਂ ਨਾਲੀਆਂ ਦੇ ਵਿਕਾਸ ਦੇ ਵਿੱਚ ਹੀ ਪੰਜਾਬ ਉਲਝਾਈ ਰੱਖਿਆ। ਇਹਨਾਂ ਵਿਕਾਸਾਂ ਤੋਂ ਉੱਤੇ ਦੀ ਗੱਲ ਹੋਵੇ, ਇਸ ਵਿਕਾਸ ਤੋਂ ਉਤਲੇ ਸਿਖਰ ਦੀ ਗੱਲ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਗਲੀਆਂ ਨਾਲੀਆਂ ਅੱਜ ਮਨੁੱਖ ਦੀ ਮੁੱਢਲੀ ਲੋੜ ਹੈ। ਅੱਜ ਗਲੀਆਂ ਨਾਲੀਆਂ ਪਿੰਡਾਂ ਦੀ, ਸ਼ਹਿਰਾਂ ਦੀ, ਕਸਬਿਆਂ ਦੀ ਜ਼ਰੂਰਤ ਹੈ। ਪਰ ਜੇਕਰ ਆਪਾਂ ਵਿਕਾਸ ਹੀ ਇਹਦੇ ਨਾਲ ਜੋੜ ਕੇ ਦੇਖੀ ਜਾਈਏ ਤਾਂ ਉਹ ਵੀ ਲਾਹਨਤ ਵਾਲੀ ਗੱਲ ਹੈ ਵੀ ਆਜ਼ਾਦੀ ਤੋਂ ਬਾਅਦ ਹਾਲੇ ਤੱਕ ਅਸੀਂ ਇਹਨਾਂ ਗੱਲਾਂ ਦੇ ਵਿੱਚ ਹੀ ਫਸੇ ਤੇ ਧਸੇ ਹੋਏ ਹਾਂ। ਸੋ ਜ਼ਰੂਰਤ ਇਹ ਹੈ ਕਿ ਆਮ ਆਦਮੀ ਪਾਰਟੀ ਕੁਝ ਵੱਖਰਾ, ਕੁਝ ਅੱਡਰਾ ਕਰਕੇ ਦਿਖਾਵੇ। ਜਿਹੜਾ ਕੁਝ ਹੁਣ ਤੱਕ ਵੋਟਾਂ ਪਾਉਂਦੇ 80 ਸਾਲ ਦੇ ਬਾਬੇ ਨੇ ਨਹੀਂ ਦੇਖਿਆ, ਜਿਹੜਾ ਕੁਝ ਹੁਣ ਤੱਕ ਪਹਿਲੀ ਵੋਟ ਪਾਉਣ ਵਾਲੇ ਨੌਜਵਾਨ ਮੁੰਡੇ ਕੁੜੀ ਨੇ ਨਹੀਂ ਦੇਖਿਆ, ਜਿਹੜਾ ਕੁਝ ਅਧਖੜ ਉਮਰ ਦੇ ਵਿੱਚ ਪਹੁੰਚੇ ਹੋਏ ਬੰਦੇ ਨੇ ਨਹੀਂ ਦੇਖਿਆ। ਸੋ ਆਸ ਕਰਦੇ ਕਿ ਆਮ ਆਦਮੀ ਪਾਰਟੀ ਇਹ ਸਾਰਾ ਕੁਝ ਕਰੂਗੀ। ਪਰ ਜੇਕਰ ਨਾ ਕੀਤਾ, ਜੇਕਰ ਉਮੀਦਾਂ ਦੇ ਉਲਟ ਚੱਲੇ ਤਾਂ ਫਿਰ ਜਿਵੇਂ ਰਵਾਇਤੀ ਪਾਰਟੀਆਂ ਦੇ ਭਾਂਡੇ ਮੂੰਹ 'ਤੇ ਮਾਰਤੇ ਆ ਤੇ ਆਮ ਆਦਮੀ ਪਾਰਟੀ ਵੀ ਇਸ ਕਤਾਰ ਦੇ ਵਿੱਚ ਆ ਜਾਊਗੀ। ਸੋ ਸਮੇਂ ਨੇ ਬਹੁਤ ਕੁਝ ਬਿਆਨ ਕਰਨਾ। ਮੈਂ ਇਸੇ ਕਰਕੇ ਵਾਰ-ਵਾਰ ਕਹਿਣਾ ਕਿ ਆਮ ਆਦਮੀ ਪਾਰਟੀ ਨੂੰ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਲੈਣਾ ਚਾਹੀਦਾ। ਜੇਕਰ ਉਹਨਾਂ ਨੇ ਉਮੀਦਾਂ ਨੂੰ ਬੂਰ ਨਾ ਲਾਇਆ ਤਾਂ ਫਿਰ ਸਵਾਲਾਂ ਦੇ ਕਟਹਿਰੇ 'ਚ ਵੀ ਖੜੀ ਕਰਾਂਗੇ। ਪਰ ਜੇਕਰ ਉਮੀਦਾਂ ਨੂੰ ਬੂਰ ਲਾਤਾ ਤਾਂ ਇੱਥੇ ਬੈਠ ਕੇ ਧੰਨਵਾਦ ਵੀ ਕਰਾਂਗੇ ਤੇ ਮੁਬਾਰਕਬਾਦ ਵੀ ਦੇਵਾਂਗੇ। ਪਰ ਜੇਕਰ ਹੁਣੇ ਹੀ ਕਹਿਣ ਲੱਗ ਪਈਏ ਇਹਨਾਂ ਤੋਂ ਕੁਛ ਨਹੀਂ ਹੋਣਾ, ਇਹ ਤਾਂ ਕੁਛ ਨਹੀਂ ਕਰ ਸਕਣਗੇ, ਇਹਨਾਂ ਤੋਂ ਕਾਹਦਾ ਕੁਝ ਹੋਣਾ, ਇਹ ਨੈਗੇਟਿਵ ਗੱਲਾਂ ਜਿਹੜੀਆਂ ਨਾ ਪੱਖੀ ਗੱਲਾਂ, ਇਹ ਸਾਡੀ ਜ਼ਿਹਨੀਅਤ ਦੇ ਵਿੱਚੋਂ ਬਾਹਰ ਨਿਕਲਣੀਆਂ ਚਾਹੀਦੀਆਂ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ ਰਹੇ।
ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਸੱਤਾਧਾਰੀ ਧਿਰ ਪੰਜਾਬ ਦੇ ਸਾਰੇ ਮਸਲੇ ਹੱਲ ਕਰੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਕਾਂਗਰਸੀ ਫੇਰ ਆਪਸ ਦੇ ਵਿੱਚ ਲੜੀ ਜਾਂਦੇ ਆ, ਜਿਵੇਂ ਕਿ ਅਕਸਰ ਲੜਦੇ ਹੁੰਦੇ ਆ। ਪਹਿਲਾਂ ਕਾਂਗਰਸੀ ਇਸ ਕਰਕੇ ਲੜਦੇ ਸੀ ਵੀ ਟਿਕਟਾਂ ਫਲਾਣੇ ਨੂੰ ਕਿਉਂ ਮਿਲੀਆਂ, ਫਿਰ ਕਾਂਗਰਸੀ ਇਸ ਕਰਕੇ ਲੜ ਪਏ ਵੀ ਭਾਈ ਪ੍ਰਚਾਰ ਨਹੀਂ ਸਹੀ, ਫਿਰ ਇਸ ਕਰਕੇ ਲੜ ਪਏ ਵੀ ਭਾਈ ਮੁੱਖ ਮੰਤਰੀ ਜਿਹਨੂੰ ਬਣਾਇਆ ਗਿਆ ਜਾਂ ਬਣਾਉਣ ਦੀ ਗੱਲ ਕੀਤੀ ਗਈ ਇਸ ਬੰਦਾ ਨਹੀਂ ਸਹੀ, ਫਿਰ ਹੁਣ ਇਸ ਕਰਕੇ ਲੜ ਰਹੇ ਆ ਵੀ ਹਾਰੇ ਕਿਉਂ ਆ। ਨਾਲ ਦੀ ਨਾਲ ਕਸ਼ਮਕਸ਼ ਇਹ ਵੀ ਚੱਲੀ ਆ ਕਿ ਵਿਰੋਧੀ ਧਿਰ ਦਾ ਨੇਤਾ ਕੌਣ ਹੋਊਗਾ, ਤੇ ਸਿੱਧੂ ਸਾਹਿਬ ਨਾ ਉਧਰ ਜੋਗੇ ਰਹੇ ਨਾ ਉਧਰ ਜੋਗੇ, ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਇਹ ਗੱਲ ਬਣੀ ਪਈ ਹੈ। ਕਿਉਂਕਿ ਸਿੱਧੂ ਸਾਹਿਬ ਵਿਧਾਇਕ ਵੀ ਨਹੀਂ ਰਹੇ ਤੇ ਸਿੱਧੂ ਸਾਹਿਬ ਕਮੇਟੀ ਦੇ ਵਿੱਚੋਂ ਵੀ ਬਾਹਰ ਆ ਤੇ ਸਿੱਧੂ ਸਾਹਿਬ ਦੀ ਪ੍ਰਧਾਨਗੀ ਵੀ ਹੁਣ ਵਾਪਸ ਜਾ ਰਹੀ ਹੈ। ਕਿਉਂਕਿ ਲੰਘੇ ਕੱਲ ਸੋਨੀਆ ਗਾਂਧੀ ਦੇ ਵੱਲੋਂ 5 ਸੂਬਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਾਂਗਰਸ ਨੂੰ ਡੋਬਿਆ ਗਿਆ, ਉਹਨਾਂ 5 ਸੂਬਿਆਂ ਦੇ ਪ੍ਰਧਾਨਾਂ ਨੂੰ ਇਹ ਗੱਲ ਕਹੀ ਗਈ ਆ ਕਿ ਆਪਣੇ ਅਸਤੀਫੇ ਭੇਜੋ ਛੇਤੀ ਛੇਤੀ। ਉੱਤਰਾਖੰਡ ਦੇ ਪ੍ਰਧਾਨ ਨੇ, ਕਾਂਗਰਸ ਦੇ ਪ੍ਰਧਾਨ ਨੇ ਅਸਤੀਫਾ ਭੇਜ ਦਿੱਤਾ ਤੇ ਸਿੱਧੂ ਸਾਹਿਬ ਨੇ ਹਾਲੇ ਭੇਜਣਾ। ਜਦੋਂ ਤੱਕ ਇਹ ਖਬਰਾਂ ਤੁਹਾਡੇ ਤੱਕ ਪਹੁੰਚੀਆਂ ਹੋਣਗੀਆਂ ਸ਼ਾਇਦ ਭੇਜ ਵੀ ਦੇਣ। ਸਿੱਧੂ ਸਾਹਿਬ ਹੋਵੇ ਜਾਂ ਕੋਈ ਵੀ ਹੋਰ ਹੋਵੇ, ਉਹਨਾਂ ਨੇ ਕੋਈ ਚੰਗਾ ਪ੍ਰਦਰਸ਼ਨ ਕੀਤਾ ਨਹੀਂ। ਜਿਹੜੇ ਵੀ ਸੂਬੇ ਦੇ ਵਿੱਚ, ਜਿਹੜੇ ਵੀ ਦੇਸ਼ ਦੇ ਵਿੱਚ ਪਾਰਟੀ ਜਿਹੜੀ ਮੁਕਾਬਲੇ ਦੇ ਵਿੱਚ ਹੈ, ਉਹ ਵਿਰੋਧੀ ਪਾਰਟੀਆਂ ਨਾਲ ਮੁਕਾਬਲਾ ਕਰਨ ਦੀ ਥਾਂ ਦੇ ਉੱਤੇ ਆਪਣਿਆਂ ਨਾਲ ਹੀ ਮੁਕਾਬਲੇ ਦੇ ਵਿੱਚ ਲੱਗ ਪਊਗੀ ਵੀ ਭਾਈ ਮੈਂ ਇਹਨੂੰ ਜਿੱਤਣ ਨਹੀਂ ਦੇਣਾ, ਇਹ ਮੁੱਖ ਮੰਤਰੀ ਕਿਵੇਂ ਬਣ ਜੂ, ਮੇਰੇ ਕੋਲੇ ਆਹ ਗੱਲ ਕਿਉਂ ਨਹੀਂ, ਮੈਨੂੰ ਐਂ ਨਹੀਂ ਪੁੱਛਿਆ ਗਿਆ। ਉਸ ਪਾਰਟੀ ਦਾ ਕੰਗਾ ਉਵੇਂ ਹੀ ਹੁੰਦਾ ਜਿਵੇਂ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਹੋਇਆ। ਹੁਣ ਕਾਂਗਰਸੀ ਆਪਸ ਦੇ ਵਿੱਚ ਵਿਚਾਰਾਂ ਕਰਨ ਲੜੀ ਜਾਂਦੇ ਆ। ਕੁਛ ਕਾਂਗਰਸੀ ਕਹਿੰਦੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਤੋਂ ਬਾਹਰ ਕੱਢਿਆ ਜਾਵੇ, ਕਈ ਇਹ ਗੱਲ ਕਹਿੰਦੇ ਮਿਸਗਾਈਡਡ ਮਿਜ਼ਾਈਲ ਨੇ ਨਵਜੋਤ ਸਿੰਘ ਸਿੱਧੂ, ਉਹ ਆਪਦੇ ਘਰ ਦੇ ਵਿੱਚ ਡਿੱਗ ਪਈ ਮਿਜ਼ਾਈਲ ਤੇ ਤਬਾਹ ਕਰਕੇ ਰੱਖ ਦਿੱਤਾ ਕਾਂਗਰਸ ਦੇ ਘਰ ਨੂੰ। ਸੋ ਹੁਣ ਗੱਲਾਂ ਹੀ ਆ, ਹੁਣ ਇਹਦੇ ਵਿੱਚ ਕੱਢਣ ਪਾਉਣ ਨੂੰ ਕੱਖ ਨਹੀਂ। ਹੁਣ 5 ਸਾਲ ਬਾਅਦ ਜੇਕਰ ਕੁਝ ਕਰ ਸਕਦੇ ਹੋਏ ਤਾਂ ਹੁਣੇ ਤੋਂ ਕਰਨਾ ਸ਼ੁਰੂ ਕਰਿਓ, ਜੇਕਰ ਚੰਗੇ ਰਿਜ਼ਲਟ ਚਾਹੁੰਦੇ ਹੋ ਤਾਂ। ਤੇ ਨਵਜੋਤ ਸਿੰਘ ਸਿੱਧੂ ਨੂੰ ਬੇਨਤੀ ਇਹ ਆ ਵੀ ਜੇਕਰ ਆਪਾਂ ਨੂੰ ਕੋਈ ਵੀ ਪਾਰਟੀ ਪਸੰਦ ਨਹੀਂ ਤਾਂ ਆਪਣੀ ਹੁਣ ਵੀ ਬਣਾ ਲੈਣੀ ਚਾਹੀਦੀ ਹੈ। 5 ਸਾਲ ਡਟ ਕੇ ਮਿਹਨਤ ਕਰੋ, ਤੁਹਾਡੇ ਪੈਰ ਪੱਕੇ ਹੋਣਗੇ। ਜੇਕਰ ਚੰਗੇ ਤਰੀਕੇ ਨਾਲ ਕੰਮ ਚੱਲੀ ਗਿਆ ਤਾਂ ਫਿਰ ਲੋਕ ਤੁਹਾਡੇ ਕਦਰਦਾਨ ਹੋਣਗੇ, ਤੁਹਾਨੂੰ ਇੱਕ ਬਦਲਵੇਂ ਰੂਪ ਦੇ ਵਿੱਚ ਸਾਹਮਣੇ ਲੈ ਕੇ ਆਉਣਗੇ। ਪਰ ਜੇਕਰ ਆਪ ਜੀ ਵੀ ਇਹ ਗੱਲ ਕਹੋ ਵੀ ਚੋਣਾਂ ਤੋਂ 6 ਮਹੀਨੇ ਪਹਿਲਾਂ ਆਪਾਂ ਕਹਾਂਗੇ ਟਕਾ ਕੇ ਠੋਕੋ, ਤੇ ਫਿਰ ਲੋਕ ਇਵੇਂ ਠੋਕ ਦਿੰਦੇ ਆ ਜਿਵੇਂ ਕਿ ਐਤਕੀ ਸਾਰੀ ਕਾਂਗਰਸ ਨੂੰ ਠੋਕਤਾ। 77 ਸੀਟਾਂ ਸੀ, 18 ਦੇ ਉੱਤੇ ਆ ਗਏ ਆ। ਅਕਾਲੀ ਦਲ ਕਿਸੇ ਵੇਲੇ ਰਾਜ ਕਰਦੀ ਜਮਾਤ ਸੀ, ਅੱਜ 3 ਸੀਟਾਂ ਤੇ ਆ ਗਈ ਆ। ਇਹ ਸਾਰਾ ਕੁਝ ਕਿਉਂ ਹੋਇਆ? ਆਪਸ ਦੇ ਵਿੱਚ ਕੁੱਕੜਖੇ ਜਿਹੜੀ ਉੜਦੀ ਆ, ਇੱਕ ਦੂਜੇ ਦੇ ਜਿਹੜੇ ਪੈਰ ਮਿੱਧਦੇ ਆ, ਇੱਕ ਦੂਜੇ ਨੂੰ ਪੈਰਾਂ ਨੂੰ ਦਾਤੀ ਜਿਹੜੀ ਪਾਈ ਆ, ਉਹਦੇ ਕਰਕੇ ਸਾਰਾ ਕੁਝ ਹੋਇਆ। ਤੇ ਅਗਲੀ ਮਹੱਤਵਪੂਰਨ ਗੱਲ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਬਣੂਗਾ ਕੌਣ? ਚਰਚਾ ਇਸ ਗੱਲ ਤੇ ਚੱਲ ਰਹੀ ਹੈ। ਇਹਦੇ ਵਿੱਚ ਰਾਣਾ ਗੁਰਜੀਤ ਸਿੰਘ ਬਣਨਗੇ, ਜਾਂ ਇਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਣਨਗੇ, ਜਾਂ ਪ੍ਰਤਾਪ ਸਿੰਘ ਬਾਜਵਾ, ਜਾਂ ਸੁਖਜਿੰਦਰ ਸਿੰਘ ਰੰਧਾਵਾ, ਜਾਂ ਰਾਜਾ ਵੜਿੰਗ ਤੇ ਜਾਂ ਸੁਖਪਾਲ ਸਿੰਘ ਖਹਿਰਾ। ਕੌਣ ਬਣੇਗਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ? ਇਹਦੇ ਬਾਰੇ ਚੌਂ ਪਾਸੇ ਚਰਚਾ ਚੱਲ ਰਹੀ ਹੈ ਕਿ ਦਾ ਕਿਹਦਾ ਲੱਗੂ, ਸੂਤ ਕਿਹਦਾ ਲੱਗੂ, ਡਿਜ਼ਰਵ ਕੌਣ ਕਰਦਾ। ਕੋਈ ਕਹਿੰਦਾ ਵੋਟਿੰਗ ਹੋਣੀ ਚਾਹੀਦੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕਾਂਗਰਸ ਦੇ ਵਿੱਚ ਸੀਐਮ ਚਿਹਰੇ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਨੇਤਾ ਦੀ ਜੰਗ ਸ਼ੁਰੂ ਹੋ ਗਈ ਹੈ। ਇਸ ਦੌੜ ਦੇ ਵਿੱਚ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੌੜ ਦੇ ਵਿੱਚ ਨੇ। ਖੁੱਲ੍ਹੇ ਤੌਰ ਦੇ ਉੱਤੇ ਕਿਸੇ ਨੇ ਵੀ ਹਾਲੇ ਤੱਕ ਦਾਅਵੇਦਾਰੀ ਨਹੀਂ ਕੀਤੀ। ਆਪਣੇ ਸਮਰਥਕਾਂ ਦੇ ਜ਼ਰੀਏ ਜ਼ਰੂਰ ਇਸ ਬਾਬਤ ਚਰਚਾ ਕਰਵਾਈਆਂ ਜਾ ਰਹੀਆਂ ਨੇ। ਇਸੇ ਦਰਮਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹਦੇ ਵਾਸਤੇ ਵੀ ਵੋਟਿੰਗ ਹੋਣੀ ਚਾਹੀਦੀ ਹੈ, ਜਿਹਨੂੰ ਵੱਧ ਵੋਟਾਂ ਮਿਲਣ ਉਹਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਦੇਣਾ ਚਾਹੀਦਾ। ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਦਾ ਨੇਤਾ ਉਹ ਹੋਣਾ ਚਾਹੀਦਾ ਜੋ ਸਭ ਨੂੰ ਨਾਲ ਲੈ ਕੇ ਚੱਲੇ, ਆਪਸ ਦੇ ਵਿੱਚ ਕੋਈ ਮਨਮਿਟਾਵ ਨਾ ਹੋਵੇ। ਇਹਦਾ ਇੱਕ ਹੀ ਤਰੀਕਾ ਹੈ ਕਿ ਵੋਟਿੰਗ ਕਰਵਾ ਲਓ। ਹੁਣੇ ਅਨਾਉਂਸ ਕਰ ਦਿਓ ਕਿ ਜਿਹਨੂੰ ਜਿੰਨੀਆਂ ਸੀਟਾਂ ਵੋਟਾਂ ਮਿਲੀਆਂ ਉਹਦੇ ਆਧਾਰ ਦੇ ਉੱਤੇ ਜ਼ਿੰਮੇਵਾਰੀ ਮਿਲੇਗੀ। ਕਾਂਗਰਸ ਨੂੰ ਇਸ ਵਾਰ ਚੋਣਾਂ ਦੇ ਵਿੱਚ ਸਿਰਫ 18 ਸੀਟਾਂ ਮਿਲੀਆਂ ਨੇ। ਕੈਪਟਨ ਦੀ ਅਗਵਾਈ ਦੇ ਵਿੱਚ ਕਾਂਗਰਸ 77 ਸੀਟ ਦੇ ਉੱਤੇ ਚੋਣ ਜਿੱਤੀ ਸੀ। ਉਸ ਵਕਤ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਲਹਿਰ ਸੀ, ਪਰ ਕੈਪਟਨ ਉਹਨੂੰ ਰੋਕਣ ਦੇ ਵਿੱਚ ਕਾਮਯਾਬ ਰਹੇ। ਇਸ ਵਾਰ ਦੀ ਲਹਿਰ ਨੂੰ ਰੋਕਣ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੀਐਮ ਚਰਨਜੀਤ ਸਿੰਘ ਚੰਨੀ ਦਰਮਿਆਨ ਖੁੱਲ੍ਹੀ ਜੰਗ ਚੱਲਦੀ ਰਹੀ। ਉਹਨਾਂ ਦੇ ਸਮਰਥਕ ਵੀ ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੇ ਰਹੇ ਤੇ ਪਾਰਟੀ ਦੇ ਭਾਂਡੇ ਮੂੰਹ 'ਤੇ ਵੱਜ ਗਏ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਕਲੇਸ਼ ਛਿੜਦਾ ਹੈ ਤੇ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਛਿੜਦਾ ਰਹੇਗਾ। ਇਹ ਕਾਂਗਰਸ ਨੂੰ ਨਿਵਾਣ ਦੇ ਵੱਲ ਲਿਜਾਣ ਵਾਲਾ ਕਿੰਨੀ ਸ਼ਰਮ ਦੀ ਗੱਲ ਆ ਕਾਂਗਰਸ ਪਾਰਟੀ ਦੇ ਲਈ ਕਿ ਇਹ ਕਹਿੰਦੇ ਸੀ ਯੂਪੀ ਦੇ ਵਿੱਚ ਸਾਡਾ ਨਵਾਂ ਨਾਰਾ ਕਮਾਲ ਕਰਕੇ ਦਿਖਾਊ ਕਿ ਨਾਰੀ ਹੂੰ ਲੜ ਸਕਤੀ ਹੂੰ। ਪਰ ਜਿਹੜੀਆਂ ਔਰਤਾਂ ਨੂੰ ਟਿਕਟ ਦਿੱਤੀ, ਕੁੱਲ ਔਰਤਾਂ ਨੂੰ ਜੋ ਯੂਪੀ ਦੇ ਵਿੱਚ ਟਿਕਟ ਦਿੱਤੀ ਕਾਂਗਰਸ ਨੇ, ਸਿਰਫ ਇੱਕ ਔਰਤ ਜਿੱਤੀ ਹੈ। 403 ਸੀਟਾਂ ਵਾਲਾ ਸੂਬਾ ਯੂਪੀ, ਵਿਧਾਨ ਸਭਾ ਦੀਆਂ 403 ਸੀਟਾਂ ਤੇ ਕਾਂਗਰਸ ਕੋਲੇ ਕਿੰਨੀਆਂ? ਸਿਰਫ 2। 3 ਵੀ ਨਹੀਂ, 4 ਵੀ ਨਹੀਂ, 5 ਵੀ ਨਹੀਂ, ਸਿਰਫ 2 ਸੀਟਾਂ ਮਿਲ ਗਿਆ ਕਾਂਗਰਸ ਨੂੰ। ਤੇ ਕਾਂਗਰਸ ਹਾਲੇ ਭੁਲੇਖੇ ਦੇ ਵਿੱਚ ਫਿਰਦੀ ਹੈ
ਕਿ ਜੇਕਰ ਅਸੀਂ ਬਾਕੀ ਵਿਰੋਧੀ ਪਾਰਟੀਆਂ ਦੇ ਨਾਲ 2024 ਦੇ ਮੱਦੇਨਜ਼ਰ ਗੱਠਜੋੜ ਕਰਨਾ ਤਾਂ ਮੂਹਰੇ ਸਭ ਤੋਂ ਸਾਨੂੰ ਰੱਖਣਾ ਚਾਹੀਦਾ। ਆਪ ਜੀ ਦੇ ਪੱਲੇ ਹੈ ਕੀ? ਪਹਿਲਾਂ ਤਾਂ ਇਹ ਸਵਾਲ ਕਰਨਾ ਬਣਦਾ। ਯੂਪੀ ਤੁਹਾਡੇ ਕੋਲੋਂ ਗਈ, ਗੋਆ ਤੁਹਾਡੇ ਕੋਲ ਹੈ ਨਹੀਂ, ਮਣੀਪੁਰ ਤੁਹਾਡੇ ਹੱਥ 'ਚੋਂ ਗਿਆ, ਉੱਤਰਾਖੰਡ ਤੁਹਾਡੇ ਕੋਲੇ ਹੈ ਨਹੀਂ, ਪੰਜਾਬ ਦੇ ਵਿੱਚ ਪੁੱਛਦਾ ਕੋਈ ਨਹੀਂ। ਤੇ ਕਾਂਗਰਸ ਕਿਹੜੀ ਸੋਚ ਦੇ ਤਹਿਤ ਇਹ ਗੱਲ ਕਹਿਣੀ ਹੈ ਵੀ ਭਾਈ ਜੇਕਰ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਲੋਕ ਸਭਾ ਦੀ ਚੋਣ ਦੇ ਵਿੱਚ ਹਮਲਾ ਮਾਰਨਾ ਬੀਜੇਪੀ ਦੇ ਖਿਲਾਫ ਤਾਂ ਸਾਨੂੰ ਮੂਹਰੇ ਕਰਨਾ ਚਾਹੀਦਾ। ਮਮਤਾ ਬੈਨਰਜੀ ਦੀ ਇੱਕ ਗੱਲ ਮੈਨੂੰ ਵਾਰ-ਵਾਰ ਚੇਤੇ ਆਉਂਦੀ ਹੈ। ਉਹਨਾਂ ਨੇ ਪਿਛਲੇ ਦਿਨੀ ਕਿਹਾ ਵੀ ਜੇ ਕਾਂਗਰਸ ਨਹੀਂ ਵੀ ਜੁੜਦੀ ਨਾ ਜੁੜੇ, ਉਹਦਾ ਕੰਮ ਹੀ ਇਹੋ ਜਿਹਾ, ਪਰ ਬਾਕੀ ਪਾਰਟੀਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਜੇਕਰ ਬੀਜੇਪੀ ਨੂੰ ਅਸੀਂ ਰੋਕਣਾ ਹੈ ਤਾਂ। ਮੈਨੂੰ ਗੱਲ ਠੀਕ ਲੱਗਦੀ ਹੈ, ਪਰ ਕਾਂਗਰਸ ਦੇ ਪਿੜ ਪੱਲੇ ਨਹੀਂ ਪੈਣੀ। ਕਾਂਗਰਸ ਸਿਰਫ ਇਹ ਸੋਚ ਸਕਦੀ ਹੈ ਕਿ ਆਪਾਂ ਪ੍ਰਧਾਨ ਬਦਲ ਕੇ ਤੇ ਮੁੰਡੇ ਨੂੰ ਬਣਾ ਦਈਏ, ਮੁੰਡੇ ਨੂੰ ਬਦਲ ਕੇ ਤੇ ਮਾਂ ਨੂੰ ਬਣਾ ਦਈਏ। ਫਿਰ ਉਸ ਤੋਂ ਬਾਅਦ ਇੱਕ ਬਿਆਨ ਆਊਗਾ ਵੀ ਭਾਈ ਅਸੀਂ ਆਹ ਕਰ ਦੇਣਾ, ਫਿਰ ਬਿਆਨ ਆਊਗਾ ਨਹੀਂ ਉਹ ਤਾਂ ਇਟਲੀ ਚਲੇ ਗਏ ਆ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਪਰ ਇਸ ਵੇਲੇ ਪੰਜਾਬ ਕਾਂਗਰਸ ਦਾ ਵਿਰੋਧੀ ਧਿਰ ਨੇਤਾ ਉਹ ਹੋਣਾ ਚਾਹੀਦਾ ਜਿਹੜਾ ਕਿ ਮਸਲਿਆਂ ਦੇ ਉੱਤੇ ਤੇਜ਼ ਤਰਾਰ ਤਰੀਕੇ ਨਾਲ ਬੋਲੇ ਵੀ, ਜਿਹਦੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਕੜ ਵੀ ਹੋਵੇ। ਪੰਜਾਬ ਕਾਂਗਰਸ ਦੇ ਵਿੱਚ ਕਈ ਜਿੱਤੇ ਹੋਏ ਨੇਤਾ ਇਸ ਵੇਲੇ ਇਹੋ ਜਿਹੇ ਜਿਹੜੇ ਕਿ ਡੰਗ ਟਪਾਊ ਆ, ਜਿਹੜੇ ਕਿ ਵਿਰੋਧੀ ਧਿਰ ਦਾ ਨੇਤਾ ਬਣਨ ਦੇ ਕਾਬਿਲ ਨਹੀਂ। ਕਾਂਗਰਸ ਦੇ ਆਗੂਆਂ ਦੇ ਕੋਲੇ ਕਈਆਂ ਕੋਲੇ ਤਜਰਬਾ, ਉਸ ਤਜਰਬੇ ਦੀ ਸਹੀ ਤਰੀਕੇ ਨਾਲ ਵਰਤੋਂ ਹੋਵੇ। ਆਮ ਆਦਮੀ ਪਾਰਟੀ ਦੀ ਲਹਿਰ ਇਸ ਵੇਲੇ ਆ, ਲੋਕ ਸਭਾ ਦੀ ਚੋਣ ਸੰਗਰੂਰ ਸੀਟ ਦੇ ਵਿੱਚ ਹੋਣੀ ਆ ਆਉਂਦੇ ਸਮੇਂ ਦੇ ਵਿੱਚ। ਸੋ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੀ ਸੀਟ ਆ ਜਿਹੜੀ ਸੰਗਰੂਰ ਵਾਲੀ ਉਹ ਖਾਲੀ ਹੋ ਗਈ ਹੈ, ਇੱਥੇ ਜ਼ਮੀਨੀ ਚੋਣ ਆਉਂਦੇ ਸਮੇਂ 'ਚ ਹੋਣੀ ਆ, ਉਹਦੇ ਲਈ ਵੀ ਹੁਣ ਤੋਂ ਕਾਂਗਰਸ ਨੂੰ ਤਿਆਰੀਆਂ ਕਰਨੀਆਂ ਪੈਣਗੀਆਂ। ਪਰ ਇਹ ਸਾਰਾ ਕੁਝ ਤਾਂ ਹੋਊਗਾ ਜੇਕਰ ਨਿੱਠ ਕੇ ਕੰਮ ਕੀਤਾ ਜਾਊਗਾ ਤੇ ਜੇਕਰ ਇੱਕ ਦੂਜੇ ਦੇ ਉੱਤੇ ਤਵਾ ਲਾਏ ਗਏ ਤਾਂ ਜਿਸ ਤਰੀਕੇ ਦੇ ਨਾਲ ਬੁਰਾ ਹਾਲ ਹੋਇਆ ਤੇ ਇਹ ਬੁਰਾ ਹਾਲ ਹੋਰ ਵੀ ਹੋ ਜਾਣਾ। ਸੰਦੀਪ ਸਿੰਘ ਨੰਗਲ ਅੰਬੀਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ ਤੋਂ ਬਾਅਦ, ਕਤਲ ਤੋਂ ਬਾਅਦ ਅਸਲ ਦੇ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਆ। ਲੰਘੇ ਕੱਲ੍ਹ ਪੁਲਿਸ ਦੀ ਇੱਕ ਸਪੈਸ਼ਲ ਟੀਮ ਤਿਹਾੜ ਦੇ ਵੱਲ ਗਈ ਆ ਪੜਤਾਲ ਕਰਨ ਦੇ ਲਈ, ਪਰ ਸਵਾਲ ਇਹ ਪੈਦਾ ਹੁੰਦਾ ਕਿ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਕਿਉਂ ਹੋਇਆ। ਬਹੁਤ ਸਾਰੇ ਲੋਕਾਂ ਦੇ ਇਸ ਮੁਤਲਕ ਵੱਖੋ ਵੱਖਰੇ ਵਿਚਾਰ ਹੈ। ਸਾਡੇ ਮਨ ਦੇ ਉੱਤੇ ਡੂੰਘਾ ਪ੍ਰਭਾਵ ਆ, ਅਸਰ ਹੈ ਇਸ ਗੱਲ ਦਾ ਕਿ ਇੱਕ ਜਵਾਨ ਪੁੱਤ, ਥੰਮਲੇ ਵਰਗਾ ਜਵਾਨ ਪਲਾਂ ਦੇ ਵਿੱਚ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ। ਉਹਦੀ ਮਾਂ ਦਾ, ਉਹਦੀ ਭੈਣ ਦਾ, ਉਹਦੇ ਬੱਚਿਆਂ ਦਾ, ਉਹਦੇ ਪਰਿਵਾਰਕ ਜੀਆਂ ਦਾ ਕਸੂਰ ਕੀ ਸੀ? ਤੁਹਾਡੀ ਕਿਸੇ ਨਾਲ ਨਿੱਜੀ ਦੁਸ਼ਮਣੀ ਹੋ ਸਕਦੀ ਆ, ਪਰ ਤੁਸੀਂ ਇਸ ਤਰੀਕੇ ਨਾਲ ਬੰਦੇ ਨੂੰ 1 ਮਿੰਟ ਦੇ ਵਿੱਚ ਮਾਰ ਦਿਓ। ਯਾਰ ਪੰਜਾਬ ਦੇ ਵਿੱਚ ਵਸਦੇ ਹਾਂ ਅਸੀਂ, ਪੰਜਾਬ ਦੇ ਵਿੱਚ ਕਹਿੰਦੇ ਅਮਨ ਸ਼ਾਂਤੀ ਬਹੁਤ ਹੈ ਤੇ ਆਹ ਅਮਨ ਸ਼ਾਂਤੀ ਹੈ। ਇਹ ਉਹ ਵੇਲਾ ਜਦੋਂ ਚੋਣ ਜ਼ਾਬਤਾ ਹੁਣੇ ਖਤਮ ਹੋਣ ਦੀ ਗੱਲ ਸਾਹਮਣੇ ਆਈ ਹੈ, ਪਰ ਹਾਲੇ ਵੀ ਲੋਕਾਂ ਦੇ ਹਥਿਆਰ ਥਾਣਿਆਂ ਦੇ ਵਿੱਚ ਪਏ ਆ, ਕਿਉਂਕਿ ਚੋਣ ਜ਼ਾਬਤਾ ਲੱਗਣ ਵੇਲੇ ਥਾਣਿਆਂ ਦੇ ਵਿੱਚ ਹਥਿਆਰ ਜਮ੍ਹਾਂ ਕਰਵਾਏ ਜਾਂਦੇ ਆ ਤੇ ਫਿਰ ਗੋਲੀਆਂ ਮਾਰਨ ਵਾਲਿਆਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਵੇਂ ਆ ਗਏ? ਉਹ ਕਿਹੜਾ ਕੋਈ ਬਹੁਤ VVIP ਲੋਕ ਸੀ ਜਿਨ੍ਹਾਂ ਦੀ ਜਾਨ ਨੂੰ ਖਤਰਾ? ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੇ ਹਥਿਆਰ ਜਮ੍ਹਾਂ ਨਹੀਂ ਕਰਵਾਏ, ਨਜਾਇਜ਼ ਹਥਿਆਰ ਪੰਜਾਬ ਦੇ ਵਿੱਚ ਬਹੁਤ ਹੈ। ਇਹਦਾ ਅਰਥ ਇਹ ਨਿਕਲਿਆ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਕੁਝ ਕੁ ਵਿਸ਼ੇ ਵਿਚਾਰਨੇ ਬਣਦੇ ਆ। ਹਾਲਾਂਕਿ ਮੈਂ ਸੰਖੇਪ ਦੇ ਵਿੱਚ ਗੱਲ ਕਰੂੰਗਾ ਇਹ ਕਿ ਅੱਜ ਕਬੱਡੀ ਸਾਡੀ ਮਾਂ ਖੇਡ ਪੰਜਾਬੀਆਂ ਦੀ ਕਬੱਡੀ ਹੈ ਜਿਹੜੀ, ਉਹਦਾ ਇੱਕ ਹਿੱਸਾ ਨਸ਼ਾ ਨੇ ਖਾ ਲਿਆ। ਟੀਕੇ ਲਾ ਕੇ ਵੀ ਕਈ ਨੌਜਵਾਨ ਖੇਡਦੇ। ਮੈਂ ਸਾਰੇ ਨੌਜਵਾਨਾਂ ਦੀ ਗੱਲ ਨਹੀਂ ਕਰਦਾ, ਮੈਂ ਕੁਝ ਕੁ ਉਹਨਾਂ ਨੌਜਵਾਨਾਂ ਦੀ ਗੱਲ ਕਰਦਾ ਜਿਹੜੇ ਕਿ ਕਾਲੀਆਂ ਭੇਡਾਂ ਦੇ ਰੂਪ ਦੇ ਵਿੱਚ ਇਸ ਖੇਡ ਦੇ ਵਿੱਚ ਵੜੇ ਆ। ਟੀਕੇ ਲਾ ਕੇ ਨਸ਼ੇ ਕਰਕੇ ਖੇਡਣ ਵਾਲਿਆਂ ਨੇ ਇਸ ਖੇਡ ਨੂੰ ਬਦਨਾਮ ਕੀਤਾ ਤੇ ਰਹਿੰਦੀ ਖੂੰਦੀ ਕਸਰ ਗੈਂਗਸਟਰਾਂ ਦੇ ਪ੍ਰਭਾਵ ਨੇ ਕੱਢਤੀ ਹੈ। ਅੱਜ ਗੈਂਗਸਟਰ ਕਿਸ ਤਰੀਕੇ ਦੇ ਨਾਲ ਕਬੱਡੀ ਦੇ ਉੱਤੇ ਹਾਵੀ ਹੋ ਗਏ ਆ, ਇਹਦੀ ਉਦਾਹਰਨ ਮਿਲਦੀ ਹੈ ਕਿ ਕਿਵੇਂ ਸਾਡੇ ਕਬੱਡੀ ਖਿਡਾਰੀ ਮਾਰੇ ਜਾ ਰਹੇ ਆ। ਸੋ ਪੈਸੇ ਦਾ ਅਸਰ ਬਹੁਤ ਹੈ ਇਸ ਖੇਡ ਦੇ ਉੱਤੇ। ਇਹ ਖੇਡ ਵੀ IPL ਵਰਗੀ ਬਣ ਗਈ ਜਿਵੇਂ ਕ੍ਰਿਕਟ ਦੀ ਖੇਡ ਹੁੰਦੀ ਆ, ਪਰ ਕਿਉਂਕਿ ਪੰਜਾਬ ਸੂਬੇ ਤੱਕ ਸੀਮਤ ਹੈ, ਬਾਕੀ ਸੂਬਿਆਂ ਦੇ ਵਿੱਚ, ਗੁਜਰਾਤ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, UP ਦੇ ਵਿੱਚ ਨਹੀਂ ਉਵੇਂ। ਸੋ ਇਸ ਕਰਕੇ ਗੱਲ ਭਾਵੇਂ ਘੱਟ ਛਿੜਦੀ ਹੈ, ਪਰ ਇਹਦੇ ਵਿੱਚ ਵੀ ਹੁਣ ਖਿਡਾਰੀ ਵਿਕਦੇ ਆ। ਖਿਡਾਰੀ ਵਿਕਣਾ ਕੋਈ ਮਾੜੀ ਗੱਲ ਨਹੀਂ, ਉਹ ਆਪਦੇ ਜੁੱਸੇ ਦੇ ਸਿਰ ਦੇ ਉੱਤੇ, ਉਹ ਆਪਣੀ ਕਲਾ ਦੇ ਸਿਰ ਦੇ ਉੱਤੇ, ਤਾਕਤ ਦੇ ਸਿਰ ਦੇ ਉੱਤੇ ਵਿਕਣ। ਪਰ ਬਹੁਤ ਕੁਝ ਅੰਦਰ ਖਾਤੇ ਇਹੋ ਜਿਹਾ ਚੱਲਦਾ ਵੀ ਕਿਹਨੇ ਮੈਚ ਹਾਰਨਾ ਤੇ ਕਿਹਨੇ ਐਤਕੀ ਜਿੱਤਣਾ, ਕਿਹਨੇ ਕਿਹਦੀ ਬਾਜ਼ੀ ਪਵਾਉਣੀ ਹੈ ਤੇ ਕਿਹਨੇ ਕਿਹਦੀ ਬਾਜ਼ੀ ਲਾਉਣੀ ਆ, ਕਿਹਨੇ ਕਦੋਂ ਮੈਚ ਦੇ ਵਿੱਚ ਜਵਾਬ ਦੇਣਾ ਤੇ ਕਿਹਨੇ ਕਦੋਂ ਬਾਜ਼ੀ ਨੂੰ ਕੁਛ ਕਰਨਾ। ਇੱਦਾਂ ਦਾ ਕੁਝ ਵੀ ਅੱਜ ਦੀ ਤਰੀਕ ਦੇ ਵਿੱਚ ਚੱਲ ਰਿਹਾ। ਬਹੁਤ ਮਾੜੀ ਗੱਲ ਆ। ਸਾਰੇ ਖਿਡਾਰੀ ਮਾੜੇ ਨਹੀਂ, ਸਾਰੀਆਂ ਫੈਡਰੇਸ਼ਨਾਂ ਮਾੜੀਆਂ ਨਹੀਂ, ਬਹੁਤ ਸਾਰੀਆਂ ਕਲੱਬਾਂ ਚੰਗੀਆਂ ਵੀ ਆ ਤੇ ਬਹੁਤ ਸਾਰੀਆਂ ਕਲੱਬਾਂ ਦੇ ਉੱਤੇ ਰਾਜਨੀਤਿਕ ਪ੍ਰਭਾਵ ਵੀ ਹੈ। ਪਰ ਜੇਕਰ ਮਾਂ ਖੇਡ ਕਬੱਡੀ ਦੇ ਉੱਤੇ ਇਹ ਕਾਲਾ ਪਰਛਾਵਾਂ ਨਸ਼ਿਆਂ ਦਾ ਤੇ ਗੋਲੀਆਂ ਦਾ ਇਸੇ ਤਰੀਕੇ ਨਾਲ ਰਿਹਾ ਤਾਂ ਮਾਂ ਖੇਡ ਨਾਲ ਜੁੜੂਗਾ ਕੌਣ? ਆਉਂਦੇ ਸਮੇਂ 'ਚ ਇਹ ਦੇਖਿਓ, ਆਉਂਦੇ ਸਮੇਂ ਦੇ ਵਿੱਚ ਮਾਵਾਂ ਨੇ ਆਪਣੇ ਪੁੱਤਾਂ ਨੂੰ ਪ੍ਰੈਕਟਿਸ ਕਰਨ ਤੋਂ ਰੋਕ ਦੇਣਾ ਜੇਕਰ ਇਹ ਹਾਲਾਤ ਹੁੰਦੇ ਰਹੇ। ਅੱਜ ਸੰਦੀਪ ਸਿੰਘ ਨੰਗਲ ਅੰਬੀਆਂ ਮਾਰਿਆ, ਕੱਲ੍ਹ ਨੂੰ ਕਿਸੇ ਹੋਰ ਦੀ ਵਾਰੀ ਆ ਸਕਦੀ ਹੈ ਤੇ ਜੇਕਰ ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹੀਆਂ ਤਾਂ ਕਿਹੜੇ ਮਾਂ-ਬਾਪ ਨੇ ਗੱਲ ਕਹਿਣੀ ਵੀ ਪੁੱਤ ਜਾ ਗਰਾਊਂਡ ਦੇ ਵਿੱਚ, ਤੂੰ ਕਬੱਡੀ ਸੋਹਣੀ ਪਾਇਆ ਕਰ, ਤੂੰ ਜੱਫਾ ਸੋਹਣਾ ਲਾਇਆ ਕਰ।
ਮਾਂ ਪਿਓ ਇਹ ਗੱਲ ਕਹਿਣਗੇ, ਪੁੱਤ ਘਰ ਦੇ ਵਿੱਚ ਬੈਠਾ ਰਹਿ, ਕੋਈ ਹੋਰ ਕੰਮ ਕਰ ਲਾ, ਪੜ੍ਹ ਲਿਖ ਕੇ ਆਈਲੈਟਸ ਕਰਕੇ ਵਿਦੇਸ਼ ਵੱਲ ਚਲਾ ਜਾ, ਗਰਾਊਂਡ ਦੇ ਵਿੱਚ ਨਾ ਜਾਈਂ, ਕਿਉਂਕਿ ਰਾਜਨੀਤੀ ਬਹੁਤ ਭੈੜੀ ਆ। ਕੋਈ ਪਤਾ ਨਹੀਂ ਸਾਡੀਆਂ ਅੱਖਾਂ ਦੇ ਵਿੱਚੋਂ ਅਥਰੂ ਕਿਹੜੇ ਵੇਲੇ ਲਿਆ ਦੇਣ, ਕੋਈ ਪਤਾ ਨਹੀਂ ਲਾਸ਼ ਤੇਰੀ ਕਿਹੜੇ ਵੇਲੇ ਘਰੇ ਆਵੇ। ਤੇ ਜਵਾਨੀ ਦਾ ਚੜ੍ਹਦੇ ਪੈਰ ਦਾ ਇਹ ਇਹੋ ਜਿਹਾ ਵੇਲਾ ਹੁੰਦਾ ਜਦੋਂ ਨੌਜਵਾਨ ਗਲਤ ਰਾਹ ਦੇ ਉੱਤੇ ਤੁਰ ਵੀ ਪੈਂਦੇ ਆ। ਜਿਹੜੇ ਚੰਗੇ ਖਿਡਾਰੀ ਆ ਉਹਨਾਂ ਦੀਆਂ ਚੰਗੀਆਂ ਖਬਰਾਂ ਆਉਂਦੀਆਂ, ਪਰ ਜਿਸ ਤਰੀਕੇ ਦੀਆਂ ਖਬਰਾਂ ਪਿਛਲੇ ਕੁਝ ਕੁ ਸਮੇਂ ਤੋਂ ਮਾੜੀਆਂ ਆ ਰਹੀਆਂ, ਦੁੱਖ ਹੁੰਦਾ। ਕਿੰਨੇ ਖਿਡਾਰੀ ਹੁਣ ਤੱਕ ਵੱਖ-ਵੱਖ ਨਸ਼ਿਆਂ ਦੇ ਕਰਕੇ ਮਾਰੇ ਗਏ ਤੇ ਕਿੰਨੇ ਖਿਡਾਰੀਆਂ ਦੇ ਕਤਲ ਹੋਏ ਆ। ਜਦੋਂ ਗਿਣਤੀ ਕਰਦੇ ਆ ਤਾਂ ਕਾਲਜਾ ਮੂੰਹ ਨੂੰ ਆਉਂਦਾ। ਇਹ ਸੋਚਣ ਨੂੰ ਮਜਬੂਰ ਹੋਈਦਾ ਵੀ ਪੰਜਾਬ ਦਾ ਬਣੂਗਾ ਕੀ। ਇਹ ਸੋਚੀਦਾ ਕਿ ਪੰਜਾਬ ਕਿਉਂ ਛੱਡ ਕੇ ਲੋਕ ਜਾ ਰਹੇ ਆ। ਅੱਜ ਜੇਕਰ ਇੱਕ ਟੂਰਨਾਮੈਂਟ ਦੇ ਵਿੱਚ ਇੱਕ ਬੁਰਜੀ ਵਰਗਾ ਨੌਜਵਾਨ ਮਾਰ ਦਿੱਤਾ ਜਾਂਦਾ ਤਾਂ ਫਿਰ ਉੱਥੇ ਆਲੇ ਦੁਆਲੇ ਖੜੇ ਲੋਕਾਂ ਨੇ ਜਿੰਨੀਆਂ ਮਰਜ਼ੀ ਗੋਲੀਆਂ ਮਾਰ ਜੋ, ਕਿਹੜਾ ਕੋਈ ਕਿਸੇ ਨੂੰ ਰੋਕਣ ਵਾਲਾ। ਕੋਈ ਬੰਦਾ ਫੜ ਕੇ ਦਿਖਾਵੇ ਕਿਸੇ ਨੂੰ। ਹੁਣ ਉਸ ਤੋਂ ਬਾਅਦ ਰਾਜਨੀਤੀ ਚੱਲੂਗੀ, ਉਹਨੂੰ ਫੜ ਲਾਵਾਂਗੇ, ਇਹਨੂੰ ਐਂ ਕਰ ਦਿਆਂਗੇ, ਇਨਵੈਸਟੀਗੇਸ਼ਨ ਜਾਰੀ ਹੈ, ਇੱਦਾਂ ਆ ਜਾਰੀ ਹੈ। ਪਰ ਦੁੱਖ ਹੁੰਦਾ ਕਿ ਸੰਦੀਪ ਸਿੰਘ ਵਰਗੇ ਨੌਜਵਾਨ ਸਾਡੇ ਕੋਲ ਚਲੇ ਜਾਂਦੇ ਆ। ਤੁਹਾਡੀ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਆ, ਤੁਸੀਂ ਕਿਸੇ ਨਾਲ ਭਿੜ ਸਕਦੇ ਹੋ, ਪਰ ਮਾਰਨ ਦਾ ਹੱਕ ਤਾਂ ਕਿਸੇ ਨੂੰ ਵੀ ਨਹੀਂ। ਸੰਦੀਪ ਸਿੰਘ ਕਿਸੇ ਨੂੰ ਮਾਰੇ ਇਹ ਵੀ ਬਹੁਤ ਗਲਤ ਗੱਲ ਆ। ਸੰਦੀਪ ਸਿੰਘ ਨੂੰ ਕੋਈ ਮਾਰ ਗਿਆ ਇਹ ਵੀ ਬਹੁਤ ਗਲਤ ਹੈ। ਭਵਿੱਖ ਦੇ ਵਿੱਚ ਇਹ ਕੁਝ ਨਾ ਹੋਵੇ, ਕੋਈ ਹੋਰ ਸੰਦੀਪ ਸਿੰਘ ਨੰਗਲ ਅੰਬੀਆਂ ਨਾ ਬਣੇ ਜਿਹੜਾ ਕਿ ਖੇਡ ਮੈਦਾਨ ਦੇ ਵਿੱਚ ਢੇਰੀ ਹੋ ਜੇ। ਇਹਦੀ ਅਸੀਂ ਅਰਦਾਸ ਕਰਦੇ ਹਾਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਮਿਹਰਬਾਨੀ।